7 ਸਾਲ ਦੇ ਵਿੱਚ ਪੂਰੀ ਤਰ੍ਹਾਂ ਲੋਕਾਂ ਨੂੰ ਨਿਚੋੜ ਕੇ ਰੱਖ ਦਿੱਤਾ। ਲੋਕਾਂ ਦੇ ਕੁਝ ਪੱਲੇ ਨਹੀਂ ਪੈਣ ਦਿੱਤੇ। 26 ਤਰੀਕ ਨੂੰ 26 ਮਈ ਨੂੰ ਕਾਲੇ ਝੰਡੇ ਆਪਣੀਆਂ ਗੱਡੀਆਂ ਤੇ ਆਪਣੇ ਵਹੀਕਲਾਂ ਤੇ ਲਾ ਕੇ, ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾ ਕੇ ਤੇ ਨਾਲ ਹਰ ਇੱਕ ਪਿੰਡ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਇਹਦਾ ਪਰਦਾਫਾਸ਼ ਵੀ ਕਰੇਗਾ ਤੇ ਇਹਦਾ ਵਿਰੋਧ ਕਰੇਗਾ। ਜੇ ਛੜਯੰਤਰਕਾਰੀਆਂ ਨਾਲ ਲੜਦੇ ਹੋਈਏ ਤਾਂ ਉਹਦੇ ਆਪਦੇ ਦਿਮਾਗ ਤੋਂ ਬਹੁਤ ਜ਼ਿਆਦਾ ਕੰਮ ਲੈਣਾ ਪੈਂਦਾ ਹੈ ਕਿ ਇਹਨਾਂ ਨੂੰ ਹਰ ਪੁਆਇੰਟ ਦੇ ਉੱਤੇ ਅਸੀਂ ਕਿਵੇਂ ਮੁਕਾਬਲਾ ਕਰਨਾ ਤਾਂ ਕਿ ਸਾਡੇ ਅੰਦੋਲਨ ਨੂੰ ਕਿਸੇ ਤਰ੍ਹਾਂ ਦਾ ਡੰਟ ਨਾ, ਕਿਉਂਕਿ ਇਹ ਚਾਹੁੰਦੇ ਆ ਕਿ ਜਿੰਨੀ ਵੱਡੀ ਪੱਧਰ ਦੇ ਉੱਤੇ ਲੋਕ ਮਰਨਗੇ ਉਹਨਾਂ ਜ਼ਿਆਦਾ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕਦਾ ਹੈ, ਔਰ ਜਿੰਨਾ ਅੰਦੋਲਨ ਨੂੰ ਬਦਨਾਮ ਕਰਨਗੇ ਉਹਨਾਂ ਅੰਦੋਲਨ ਨੂੰ ਉਠਾਉਣ ਵਾਸਤੇ ਇਹਨਾਂ ਨੂੰ ਮੌਕਾ ਮਿਲੇਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਟਿਕਰੀ ਬਾਰਡਰ ਤੇ। ਮੇਰੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਜਿਹੜਾ ਹੈਗਾ ਮੋਰਚਾ ਕਿਸ ਦਿਸ਼ਾ 'ਚ ਵੱਧ ਰਿਹਾ? ਲਗਾਤਾਰ 26 ਤਰੀਕ ਨੂੰ ਜਿਹੜਾ ਹੈਗਾ ਮੋਦੀ ਸਰਕਾਰ ਨੂੰ ਬਣੇ ਨੂੰ ਵੀ 7 ਸਾਲ ਹੋ ਜਾਣੇ ਆ ਤੇ ਕਿਸਾਨਾਂ ਨੂੰ ਬੈਠਣ ਨੂੰ 6 ਮਹੀਨੇ ਹੋ ਜਾਣੇ। ਦੇਖੋ, ਜਿਹੜਾ ਅਸੀਂ 26 ਤਰੀਕ ਦੀ ਤੁਸੀਂ ਗੱਲ ਕੀਤੀ ਹੈ, ਇਹ 26 ਤਰੀਕ ਦਾ ਪ੍ਰੋਗਰਾਮ ਇਹ ਉਲੀਕਿਆ ਗਿਆ ਹੈ ਸੰਯੁਕਤ ਮੋਰਚੇ ਵੱਲੋਂ ਕਿ ਮੋਦੀ ਜੀ ਉਸ ਦਿਨ ਤੋਂ ਲੈ ਕੇ ਜਿਸ ਦਿਨ ਸਰਕਾਰ ਬਣੀ ਸੀ ਪਹਿਲੇ ਦਿਨ ਤੋਂ ਜੋ ਵਾਅਦੇ ਕੀਤੇ ਨੇ, ਕੀ ਉਹ ਵਾਅਦਾ ਕੋਈ ਪੂਰਾ ਕਰ ਸਕਿਆ? ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ, ਉਹ ਨਹੀਂ ਪੂਰਾ ਹੋਇਆ। ਲੋਕਾਂ ਨੂੰ 15-15 ਲੱਖ ਉਹਨਾਂ ਦੇ ਅਕਾਊਂਟਾਂ 'ਚ ਪਾਉਣ ਦੀ ਗੱਲ ਕੀਤੀ, ਕਾਲਾ ਧਨ ਮੰਗਾਉਣ ਦੀ ਗੱਲ ਕੀਤੀ, ਉਹ ਨਹੀਂ ਹੋ ਸਕਿਆ। ਜੋ ਵੀ ਇਹਨਾਂ ਨੇ ਕਮਿਟਮੈਂਟ ਕੀਤੀ ਲੋਕਾਂ ਦੇ ਨਾਲ, ਕੋਈ ਕਮਿਟਮੈਂਟ ਪੂਰੀ ਨਹੀਂ ਹੋਈ। ਔਰ ਦੂਸਰੀ ਗੱਲ ਹੈ ਕਿ ਜਿਹੜਾ ਲਗਾਤਾਰ ਕਿਸਾਨਾਂ ਦਾ ਅੰਦੋਲਨ 6 ਮਹੀਨੇ ਦੀ ਅਸੀਂ ਸਟਾਰਟਿੰਗ ਦੇ ਵਿੱਚ ਤੁਰੇ ਹੀ ਇਹ ਕਹਿ ਕੇ ਸੀਗੇ ਕਿ ਘੱਟੋ ਘੱਟ 6 ਮਹੀਨੇ ਦਾ ਰਾਸ਼ਨ ਅਸੀਂ ਲੈ ਕੇ ਚੱਲੇ ਹਾਂ। ਅਸੀਂ ਉਸ ਦਿਨ 6 ਮਹੀਨੇ ਪੂਰੇ ਹੋਣ ਤੇ 26 ਤਰੀਕ ਨੂੰ ਆਪਣੇ ਅੰਦੋਲਨ ਦਾ ਜਿਹੜੀ ਅਗਲੇ ਪੜਾਅ ਦੇ ਵਿੱਚ ਸ਼ਾਮਲ ਹੋਣਾ ਹੈ, ਉਹਦੀ ਅਸੀਂ ਤਿਆਰੀ ਜਿਹੜੀ ਕਰ ਰਹੇ ਹਾਂ ਉਹ ਸਾਡੀ ਉਹ ਦੱਸਣ ਜਾ ਰਹੇ ਹਾਂ ਅਸੀਂ ਉਸ ਦਿਨ। ਨਾਲ ਜਿਹੜਾ ਮੋਦੀ ਜੀ ਦਾ ਬਹੁਤ ਘਟੀਆ ਵਤੀਰਾ ਲੋਕਾਂ ਪ੍ਰਤੀ, ਔਰ ਇੰਨੇ ਸਮੇਂ ਦੇ ਵਿੱਚ ਘੱਟੋ ਘੱਟ 15 ਤੋਂ ਵੱਧ ਕਾਨੂੰਨ ਲੋਕ ਵਿਰੋਧੀ ਬਣਾ ਦਿੱਤੇ ਨੇ, ਕਿਸਾਨ ਵਿਰੋਧੀ ਬਣਾਤੇ, ਔਰ ਜਿੰਨੇ ਫੈਸਲੇ ਲਏ ਸਾਰੇ ਲੋਕ ਵਿਰੋਧੀ ਲਏ ਗਏ। ਉਹਦਾ ਅਸੀਂ ਪਰਦਾਫਾਸ਼ ਕਰਨ ਵਾਸਤੇ ਪ੍ਰੋਗਰਾਮ ਲਿਖਿਆ ਹੈ ਕਿ ਇਸ ਸਰਕਾਰ ਦੇ ਜਿੰਨਾ ਕਾਰਜਕਾਲ ਇਹਨੇ ਪੂਰਾ ਕੀਤਾ ਆਪਦਾ, ਇੰਨੇ ਕਾਰਜਕਾਲ ਦੇ ਵਿੱਚ 7 ਸਾਲ ਦੇ ਵਿੱਚ ਪੂਰੀ ਤਰ੍ਹਾਂ ਲੋਕਾਂ ਨੂੰ ਨਿਚੋੜ ਕੇ ਰੱਖ ਦਿੱਤਾ। ਲੋਕਾਂ ਦੇ ਕੁਝ ਪੱਲੇ ਨਹੀਂ ਪੈਣ ਦਿੱਤਾ। ਇਸ ਲਈ ਪੂਰਾ ਦੇਸ਼ ਉਸ ਦਿਨ 26 ਤਰੀਕ ਨੂੰ 26 ਮਈ ਨੂੰ ਕਾਲੇ ਝੰਡੇ ਆਪਣੀਆਂ ਗੱਡੀਆਂ ਤੇ ਆਪਣੇ ਵਹੀਕਲਾਂ ਤੇ ਲਾ ਕੇ, ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾ ਕੇ ਤੇ ਨਾਲ ਹਰ ਇੱਕ ਪਿੰਡ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਇਹਦਾ ਪਰਦਾਫਾਸ਼ ਵੀ ਕਰੇਗਾ ਤੇ ਇਹਦਾ ਵਿਰੋਧ ਕਰੇਗਾ। ਨਾਲ ਅਗਲੀ ਗੱਲ ਹੈ ਜਿਹੜੀ ਕਿ ਸਾਡਾ ਅੰਦੋਲਨ 6 ਮਹੀਨੇ ਪੂਰੇ ਹੋ ਕਰਕੇ ਉਸ ਤੋਂ ਅਗਲੇ ਪੜਾਅ ਦੇ ਵਿੱਚ ਦਾਖਲ ਹੋਏਗਾ, ਔਰ ਉਹਦੇ ਵਾਸਤੇ ਜੋ ਸਾਡੀ ਤਿਆਰੀ ਹੈ ਉਹ ਇੱਥੋਂ ਤੱਕ ਤਿਆਰੀ ਹੋ ਚੁੱਕੀ ਹੈ ਕਿ ਹਲੇ ਭਾਵੇਂ ਸਾਡੇ ਲਗਾਤਾਰ ਲੰਬਾ ਲੰਗਰਾਂ ਦੀ ਸੇਵਾ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਬਹੁਤ ਵੱਡੀ ਪੱਧਰ ਤੇ ਕੀਤੀ ਹੈ, ਲੇਕਿਨ ਜੋ ਅਸੀਂ ਰਾਸ਼ਨ ਲੈ ਕੇ ਆਏ ਸੀ ਉਹ ਲਗਭਗ ਰਾਸ਼ਨ ਸਾਡੇ ਕੋਲੇ ਵੱਡੀ ਪੱਧਰ ਦੇ ਉੱਤੇ ਪਿਆ ਸੀ। ਲੇਕਿਨ ਫਿਰ ਵੀ ਅਸੀਂ ਅੱਜ ਸੈਂਕੜੇ ਟਨ ਕਣਕ ਲੋਕਾਂ ਨੇ ਇਕੱਠੀ ਕਰ ਲਈ। ਸਿੰਘੂ ਬਾਰਡਰ ਦੇ ਉੱਤੇ ਇੱਕ ਸਾਡਾ ਵੀਰ ਹੈ ਰਾਮ ਸਿੰਘ ਰਾਣਾ, ਉਹਨੇ ਇੱਕ ਆਇਦ ਕੀਤਾ ਹੈ ਕਿ ਮੈਂ ਅੰਦੋਲਨ ਜਿੰਨਾ ਵੀ ਲੰਬਾ ਚੱਲੇ ਮੈਂ ਲੋਕਾਂ ਨੂੰ ਇੱਥੇ ਇਹਨਾਂ ਲੰਗਰਾਂ ਦੇ ਵਿੱਚ ਆਟਾ ਮੁਹੱਈਆ ਕਰਵਾਊਂਗਾ। ਔਰ ਉਸ ਆਦਮੀ ਨੇ ਜੋ ਸਟੋਰ ਬਣਾਇਆ, ਉਸ ਸਟੋਰ ਦੇ ਵਿੱਚ ਸਾਡੇ ਕਿਸਾਨਾਂ ਨੇ ਜੋ ਕਿਸਾਨਾਂ ਦੀ ਕੰਟਰੀਬਿਊਸ਼ਨ ਆ ਉਹਦੇ ਲੰਗਰ ਦੀ ਮਦਦ ਕਰਨ ਦੇ ਵਿੱਚ ਕਿ ਇੱਕ ਪਿੰਡ ਚੋਂ ਹਰਿਆਣੇ ਦੇ ਲੋਕਾਂ ਦੀ, ਜਿਹੜੇ ਹਰਿਆਣਵੀ ਭਰਾ ਬੈਠੇ ਸਾਡੇ, ਉਹਨਾਂ ਨੇ ਇੱਕ ਪਿੰਡ ਚੋਂ, ਕਿਸੇ ਪਿੰਡ ਚੋਂ 4 ਟਰਾਲੀਆਂ, ਕਿਸੇ ਪਿੰਡ ਚੋਂ 3 ਟਰਾਲੀਆਂ, ਕਿਸੇ ਪਿੰਡ ਚੋਂ 5 ਵੀ ਟਰਾਲੀਆਂ ਉਹਦੇ ਸਟੋਰ ਦੇ ਵਿੱਚ ਪਹੁੰਚਾਉਣੀਆਂ ਸ਼ੁਰੂ ਕਰਤੀਆਂ। ਉਹਦੇ ਵਿੱਚ ਮੈਨੂੰ ਕੱਲ ਪਤਾ ਲੱਗਿਆ ਹੈ ਕਿ ਲਗਭਗ 150-200 ਟਰਾਲੀ ਉਹਦੇ ਮਤਲਬ ਸਟੋਰ ਦੇ ਵਿੱਚ ਆ ਚੁੱਕੀ ਹੈ। ਤਾਂ ਇਹ ਸਾਡਾ ਮਤਲਬ ਅਗਲਾ ਕਦਮ ਹੈ ਜਿਹੜਾ ਅਗਲੇ ਪੜਾਅ ਦੇ ਵਿੱਚ ਰੱਖਣਾ ਹੈ। ਸਾਡੀ ਕੀ ਤਿਆਰੀ ਆ ਉਹ ਅਸੀਂ ਸਾਰੀ ਤੁਹਾਡੇ ਸਾਹਮਣੇ ਹੈ, ਔਰ ਮੋਦੀ ਜੀ ਨੇ ਜੋ ਕੀਤਾ ਉਹਦਾ ਸਾਰਾ ਕੁਝ ਅਸੀਂ 26 ਤਰੀਕ ਨੂੰ ਉਹਦਾ ਪਰਦਾਫਾਸ਼ ਕਰਾਂਗੇ, ਔਰ ਉਹਦਾ ਵਿਰੋਧ ਕਰਦੇ ਹੋਏ ਕਾਲਾ ਦਿਵਸ ਵਜੋਂ ਮਤਲਬ ਕਾਲੇ ਝੰਡੇ ਲਾ ਕੇ ਮਨਾਵਾਂਗੇ, ਔਰ ਨਾਲ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਸੰਯੁਕਤ ਮੋਰਚੇ ਵੱਲੋਂ ਬਣਿਆ, ਔਰ ਪੂਰੇ ਦੇਸ਼ ਲੈਵਲ ਦਾ, ਦੇਸ਼ ਪੱਧਰ ਤੇ ਬਣੇਗਾ।
ਇੱਕ ਜਿਹੜਾ ਹੈਗਾ 26 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਜਿਹੜੇ ਹੈਗੇ ਆ ਆਪਾਂ ਕਾਲੇ ਝੰਡੇ ਫਹਰਾਏ ਜਾਣਗੇ, ਉਹਦੇ ਨਾਲ ਇੱਕ ਤਾਂ ਮੋਮੈਂਟਮ ਦੁਬਾਰਾ ਗੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰਾ ਜੇਕਰ ਦੇਖਿਆ ਜਾਵੇ ਜਿਹੜਾ ਆਪਾਂ ਕਹੇ ਸੰਸਦ ਮਾਰਚ ਸੀ ਜਾਂ ਆਪਾਂ ਗੱਲ ਕਰਕੇ KMP ਰੋਡ ਦੇ, ਉੱਥੇ ਆਪਾਂ ਹਜੇ ਉਹਦੇ 'ਚ ਕੀ ਪ੍ਰੋਬਲਮ ਆ ਵੀ ਆਪਾਂ ਜਿਹੜਾ ਹੈਗਾ ਜਾਂ ਕਿਸੇ ਇਹਨੂੰ ਆਪਾਂ ਹੋਰ ਤਰੀਕੇ ਨਾਲ ਜਿਹੜਾ ਅੰਦੋਲਨ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼? ਦੇਖੋ ਸਾਡੀ ਗੱਲ ਇਹ ਹੈ ਕਿ ਅੱਜ ਸਰਕਾਰ, ਜਿਸ ਸਰਕਾਰ ਦੇ ਨਾਲ ਅਸੀਂ ਲੜ ਰਹੇ ਹਾਂ ਨਾ, ਇਹ ਸਰਕਾਰ ਦੇ ਵਿੱਚ ਜਿੱਥੇ ਕਿ ਜੇ ਤਾਨਾਸ਼ਾਹ ਰਵੱਈਆ ਹੈ, ਉਹਦੇ ਨਾਲ ਨਾਲ ਇੱਕ ਬਹੁਤ ਵੱਡੀ ਛੜਯੰਤਰਕਾਰੀ ਸਰਕਾਰ ਹੈ। ਜਦੋਂ ਛੜਯੰਤਰਕਾਰੀਆਂ ਨਾਲ ਲੜਦੇ ਹੋਈਏ ਤਾਂ ਉਦੋਂ ਆਪਦੇ ਦਿਮਾਗ ਤੋਂ ਬਹੁਤ ਜ਼ਿਆਦਾ ਕੰਮ ਲੈਣਾ ਪੈਂਦਾ ਹੈ ਕਿ ਇਹਨਾਂ ਨੂੰ ਹਰ ਪੁਆਇੰਟ ਦੇ ਉੱਤੇ ਅਸੀਂ ਕਿਵੇਂ ਮੁਕਾਬਲਾ ਕਰਨਾ ਤਾਂ ਕਿ ਸਾਡੇ ਅੰਦੋਲਨ ਨੂੰ ਕਿਸੇ ਤਰ੍ਹਾਂ ਦਾ ਡੰਟ ਨਾ ਪਵੇ। ਉਹਦੇ ਵਾਸਤੇ ਅਸੀਂ ਸੋਚ ਕੇ ਚੱਲ ਰਹੇ ਹਾਂ ਕਿ ਕੋਈ ਨੁਕਸਾਨ ਨਾ ਹੋਵੇ। ਜਿਵੇਂ ਜੇਕਰ ਸਪੋਜ਼ ਕਰੋ KMP ਜਾਮ ਕਰਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਰਕਾਰ ਕੋਲੇ ਬੜਾ ਵੱਡਾ ਬਹਾਨਾ ਮਿਲੇਗਾ। ਉਹਨਾਂ ਨੇ ਜਨਤਾ ਜਾਣਬੁੱਝ ਕੇ ਮਾਰਨੀ ਹੈ ਔਰ ਬਲੇਮ ਕਿਸਾਨਾਂ ਨੂੰ ਦੇਣਾ ਹੈ ਕਿ ਦੇਖੋ ਜੀ ਇਹ ਕਿਸਾਨਾਂ ਨੇ ਆਕਸੀਜਨ ਨਹੀਂ ਜਾਣ ਦਿੱਤੀ, ਕਿਸਾਨਾਂ ਨੇ ਮੈਡੀਸਨ ਨਹੀਂ ਜਾਣ ਦਿੱਤੀ, ਇਹਨਾਂ ਨੇ ਸੜਕਾਂ ਰੋਕ ਕੇ ਬੈਠ ਗਏ, ਇਸ ਕਰਕੇ ਲੋਕ ਮਰੇ ਨੇ। ਲੋਕ ਇਹ ਖੁਦ ਮਾਰਨੇ ਚਾਹੁੰਦੇ ਆ ਕਿਉਂਕਿ ਇਹ ਚਾਹੁੰਦੇ ਆ ਕਿ ਜਿੰਨੀ ਵੱਡੀ ਪੱਧਰ ਦੇ ਉੱਤੇ ਲੋਕ ਮਰਨਗੇ ਉਹ ਉਹਨਾਂ ਜ਼ਿਆਦਾ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕਦਾ ਹੈ ਔਰ ਜਿੰਨਾ ਅੰਦੋਲਨ ਨੂੰ ਬਦਨਾਮ ਕਰਨਗੇ ਉਹਨਾਂ ਅੰਦੋਲਨ ਨੂੰ ਉਠਾਉਣ ਵਾਸਤੇ ਇਹਨਾਂ ਨੂੰ ਮੌਕਾ ਮਿਲਦਾ ਹੈ। ਔਰ ਉਹ ਸਾਰੀ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਉਹ ਪ੍ਰੋਗਰਾਮ ਰੱਦ ਕੀਤਾ। ਨਾਲ ਅਗਲੀ ਗੱਲ, ਦਿੱਲੀ ਸਾਡੀ ਹੈ, ਦਿੱਲੀ ਦੇ ਵਿੱਚ ਜਿਹੜੇ ਅੰਦਰ ਵਸਦੇ ਲੋਕ ਨੇ ਉਹ ਸਾਡੇ ਨੇ। ਅਗਰ ਅਸੀਂ ਦਿੱਲੀ ਦੇ ਵਿੱਚ ਸੰਸਦ ਮਾਰਚ ਵੱਲ ਨੂੰ ਜਾਣ ਦੀ ਗੱਲ ਕਰਦੇ ਸੀ ਤਾਂ ਉਹਦੇ 'ਚ ਦੋ ਗੱਲਾਂ ਦੀ ਪ੍ਰੋਬਲਮ ਆਉਂਦੀ ਹੈ। ਇੱਕ ਤਾਂ ਲੋਕਡਾਊਨ ਕਰਕੇ ਦਿੱਲੀ ਦੇ ਲੋਕਾਂ ਦੇ ਅੰਦਰ ਭੈ ਦਾ ਮਾਹੌਲ ਪਹਿਲਾਂ ਹੀ ਪੈਦਾ ਕੀਤਾ ਹੋਇਆ ਇਹਨਾਂ ਨੇ। ਅਸੀਂ ਸੋਚਦੇ ਸੀਗੇ ਕਿ ਕਿਸੇ ਤਰ੍ਹਾਂ ਦਾ ਐਸਾ ਨਾ ਬਣੇ ਕਿ ਦਿੱਲੀ ਦੀ ਪਬਲਿਕ ਨੂੰ ਸਾਡੇ ਪ੍ਰਤੀ ਮਤਲਬ ਉਹਨਾਂ ਦੀ ਜਿਹੜੀ ਹਮਦਰਦੀ ਆ ਉਹ ਘਟੇ। ਇਸ ਕਰਕੇ ਅਗਲੀ ਗੱਲ ਕਿ ਦੇਖੋ ਸਰਕਾਰ ਨੇ ਇਸ ਅੰਦੋਲਨ ਨੂੰ, ਜਿਵੇਂ ਲੋਕ ਬੈਠੇ ਨੇ, ਇਹਨਾਂ ਨੂੰ ਉਠਾਉਣ ਵਾਸਤੇ ਆਪਰੇਸ਼ਨ ਕਲੀਨ ਚਲਾਉਣ ਦੀ ਕੋਸ਼ਿਸ਼ ਕਰੀ, ਬਹੁਤ ਹਿੰਮਤ ਕੀਤੀ ਇਹਨਾਂ ਨੇ, ਬੜਾ ਪ੍ਰਚਾਰ ਕੀਤਾ ਉਹਦਾ। ਲੇਕਿਨ ਉਹਨੂੰ ਅਸੀਂ ਕਿਵੇਂ ਜਮਾ ਕੇ ਰੱਖਣਾ ਹੈ, ਸਰਕਾਰ ਸਾਡੇ ਤੇ ਕੁਝ ਕਰ ਨਾ ਸਕੇ, ਸਰਕਾਰ ਨੂੰ ਅਸੀਂ ਕੋਈ ਅਜਿਹਾ ਮੌਕਾ ਨਾ ਦੇਈਏ ਜਿਹਦੇ ਨਾਲ ਸਰਕਾਰ ਕੋਈ ਅਜਿਹਾ ਆਪਰੇਸ਼ਨ ਚਲਾ ਸਕਦੀ ਹੋਵੇ। ਉਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਲੈ ਕੇ ਅਸੀਂ ਜਿਹੜਾ ਸੰਸਦ ਮਾਰਚ ਨੂੰ ਪੋਸਟਪੋਨ ਕੀਤਾ, ਰੱਦ ਨਹੀਂ ਕੀਤਾ। ਇਸ ਗੱਲ ਨੂੰ ਮੈਂ ਖਾਸ ਕਰਕੇ ਮੈਂ ਤਾਂ ਦੁਬਾਰਾ ਕਹਿ ਰਿਹਾ ਕਿ ਕਈਆਂ ਦੇ ਮਨ ਦੇ ਵਿੱਚ ਆ ਸ਼ਾਇਦ ਉਹਨੂੰ ਰੱਦ ਕਰਤਾ, ਰੱਦ ਨਹੀਂ ਕੀਤਾ, ਉਹ ਪੋਸਟਪੋਨ ਕੀਤਾ ਗਿਆ ਔਰ ਉਨੇ ਸਮੇਂ ਲਈ ਜਿੰਨੇ ਚਿਰ ਦੇ ਲਈ ਸਮਾਂ ਮਤਲਬ ਸਾਜ਼ਗਾਰ ਨਹੀਂ ਹੁੰਦਾ। ਜਦੋਂ ਅਨੁਕੂਲ ਹੋਏਗਾ ਤਾਂ ਉਹ ਵੀ 100% ਹੋਏਗਾ ਕਿਉਂਕਿ ਅਸੀਂ ਸਮਝਦੇ ਹਾਂ ਕਿ ਸੰਸਦ ਮਾਰਚ ਕਰਨਾ, ਸੰਸਦ ਦਾ ਘਰਾਓ ਕਰਨਾ, ਜੇਲ੍ਹ ਪਰ ਅੰਦੋਲਨ ਕਰਨਾ, ਇਹਦੇ 'ਚ ਇਹ ਵੀ ਆ ਸਕਦੇ ਨੇ ਕਿ ਹੋ ਸਕਦਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਕੋਈ ਅਨਸ਼ਨ ਵਗੈਰਾ, ਕੋਈ ਮਰਨ ਵਰਤ 'ਤੇ, ਕਿਉਂਕਿ ਹੋਰ ਅਸੀਂ ਜੋ ਕੋਈ ਨਹੀਂ ਕਰ ਸਕਦੇ ਤਾਂ ਅਗਲਾ ਪ੍ਰੋਗਰਾਮ ਇਹ ਤਾਂ ਸਾਡੇ ਹੱਥ 'ਚ ਆ ਨਾ। ਫਿਰ ਮਰਨਾ ਤਾਂ ਅਸੀਂ ਹੈ, ਅਸੀਂ ਫਿਰ ਉਹਦੇ 'ਤੇ ਤਾਂ ਮਤਲਬ ਬੈਠ ਹੀ ਸਕਦੇ ਹਾਂ ਨਾ। ਅਜਿਹਾ ਵੀ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦਾ ਹੈ ਅਗਰ ਸੰਯੁਕਤ ਮੋਰਚਾ ਪਾਸ ਕਰਦਾ ਹੈ ਤਾਂ। ਤੇ ਇੱਕ ਜਿਹੜਾ ਹੈਗਾ ਹਰਿਆਣਾ ਦਾ ਮੁੱਖ ਮੰਤਰੀ ਜਿਹੜਾ ਮਨੋਹਰ ਲਾਲ ਖੱਟਰ ਆ, ਇੱਕ ਪਾਸੇ ਉਹ ਕਹਿ ਰਿਹਾ ਵੀ ਕਰੋਨਾ ਫੈਲਿਆ, ਦੂਸਰੇ ਪਾਸੇ ਟਟੋਨਈ ਗਾਉਂ ਆ, ਉਹਨਾਂ ਦੇ ਲੋਕ ਆ ਜਿਹੜੇ ਮੀਡੀਆ ਦੇ ਵਿੱਚ ਵੀ ਆ ਕੇ ਕਹਿੰਦੇ ਆ ਕਿ ਸਾਡੇ ਪਿੰਡ 5G ਟਾਵਰ ਸੀਗਾ, ਉਹਦੇ ਕਰਕੇ 70 ਮੌਤਾਂ ਹੋਈਆਂ, ਜਦੋਂ ਅਸੀਂ ਪਟਾਤਾ ਜਿਹੜਾ ਹੁਣ ਮੌਤਾਂ ਨਹੀਂ ਹੋ ਰਹੀਆਂ। ਇਹ ਚੀਜ਼ਾਂ ਨੂੰ ਕਿਵੇਂ ਕਹਿਣਾ, ਕੀ ਕਿਸਾਨ ਅੰਦੋਲਨ ਜਿਹੜਾ ਹੈਗਾ ਅੰਦੋਲਨ ਕਰੋਨਾ ਫੈਲਾ ਰਿਹਾ? ਦੇਖੋ ਜਿਹੜੀ ਅਸੀਂ ਬਹੁਤ ਵਾਰ ਇਹ ਗੱਲ ਕਹਿ ਚੁੱਕੇ ਹਾਂ ਪਹਿਲਾਂ, ਆਲਰੇਡੀ ਮੈਂ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਕਰੋਨਾ, ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਇਹਨੂੰ ਓਡੀ ਵੱਡੀ ਆਫਤ ਨਹੀਂ ਮੰਨਦੇ ਜਿੱਡੀ ਵੱਡੀ ਸਰਕਾਰ ਕਹਿ ਰਹੀ ਹੈ। ਇਹ ਮੰਨਦੇ ਹਾਂ ਕਿ ਬਿਮਾਰੀ ਹੈ ਪਰ ਓਡੀ ਵੱਡੀ ਆਫਤ ਨਹੀਂ ਜਿੱਡੀ ਸਰਕਾਰ ਕਹਿੰਦੀ ਹੈ, ਕਿਉਂਕਿ ਜਿਹੜੀ ਇਹਦੀ ਡੈਥ ਰੇਟ ਹੈ ਉਹ 1.5% ਹੈ। ਜਿਹੜੀਆਂ ਦੂਸਰੀਆਂ ਬਿਮਾਰੀਆਂ ਆਈਆਂ 6-6% ਮਤਲਬ ਜਿਹੜੀਆਂ ਜਿਨ੍ਹਾਂ ਦੀਆਂ ਡੈਥ ਰੇਟਾਂ ਸੀਗੀਆਂ, ਜਿਵੇਂ ਡੇਂਗੂ ਵਗੈਰਾ ਆਇਆ, ਹੋਰ ਚਿਕਨਗੁਨੀਆ ਆਇਆ, ਉਹਨਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਲੋਕਾਂ ਦੀ ਮੌਤ ਹੋਈ ਔਰ ਉਹਨਾਂ ਦੇ ਪੈਰਲਰ ਇਸ ਬਿਮਾਰੀ ਨੂੰ ਇੰਨਾ ਵੱਡਾ ਹਊਆ ਖੜਾ ਕਰ ਦੇਣਾ, ਇੰਨਾ ਫੈਲਾ ਦੇਣਾ, ਉਹ ਇੱਕ ਸਮੇਂ ਦੇ ਮੁਤਾਬਕ ਇਹ ਕਾਨੂੰਨ ਲਿਆਉਣ ਦੀ ਪਛਾਜਿਸ਼ ਸੀ ਸਰਕਾਰ ਦੀ ਔਰ ਨਾਲ ਹੀ ਅੱਜ ਮਤਲਬ ਉਹਦੀ ਆੜ ਥੱਲੇ ਇਹਨੂੰ ਬਿਮਾਰੀ ਨੂੰ ਫਿਰ ਦੁਬਾਰਾ ਮਤਲਬ ਵੱਡਾ ਨਾਂ ਦੇ ਕੇ ਇਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮੈਂ ਸਮਝਦਾ ਕਿ ਬਿਮਾਰੀ ਭਾਵੇਂ ਹੈ ਪਰ 1.5% ਜਿਹੜਾ ਜਿਹਦਾ ਡੈਥ ਰੇਟ ਹੈ ਉਹ ਕੋਈ ਏਡਾ ਬਹੁਤਾ ਨਹੀਂ ਹੈ। ਪਰ ਫਿਰ ਵੀ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਸੀ ਨਾ ਇਹਨੂੰ ਕਵਰ ਕਰਨਾ। ਕੀ ਡੱਲੇਵਾਲ ਸਾਹਿਬ ਕਦੇ ਇਹ ਨਹੀਂ ਹੋਇਆ ਕਿ ਜੇਕਰ ਕਿਸਾਨਾਂ ਦੀ ਇੰਨੀ ਫਿਕਰ ਆ ਤਾਂ ਸਰਕਾਰ ਨੂੰ ਕੋਈ ਨੁਮਾਇੰਦੇ ਭੇਜ ਦੇਣੇ ਚਾਹੀਦੇ ਸੀ, ਅੰਦੋਲਨ ਖਤਮ ਕਰਾ ਦੇਣਾ ਚਾਹੀਦਾ ਸੀ? ਮੈਂ ਇਸੀ ਗੱਲ ਕਹਿਣ ਜਾ ਰਿਹਾ ਸੀਗਾ ਕਿ ਸਰਕਾਰ ਨੂੰ ਕੋਈ ਚਿੰਤਾ ਨਹੀਂ। ਤੁਸੀਂ ਦੋ ਗੱਲਾਂ ਨੋਟ ਕਰਿਓ, ਇੱਕ ਤਾਂ ਇਹ ਗੱਲ ਕਿ ਸੰਸਦ ਭਵਨ ਦੇ ਉੱਤੇ ਸੰਸਦ ਦੁਬਾਰਾ ਬਣਾਉਣ 'ਤੇ ਔਰ ਮੋਦੀ ਜੀ ਦਾ ਬੰਗਲਾ ਬਣਾਉਣ 'ਤੇ 2000 ਕਰੋੜ ਰੁਪਈਆ ਖਰਚ ਕੀਤਾ ਜਾ ਰਿਹਾ ਹੈ।
ਔਰ ਸਾਨੂੰ ਹਸਪੀਟਲਾਂ ਦੇ ਉੱਤੇ ਕੋਈ ਰੁਪਈਆ ਨਹੀਂ ਖਰਚ ਕੀਤਾ। 2 ਸਾਲ ਦੇ ਨੇੜੇ ਹੋ ਗਿਆ ਇਹ ਬਿਮਾਰੀ ਨੂੰ ਆਈ ਨੂੰ। ਅਗਰ ਹਸਪੀਟਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਅਗਰ ਆਕਸੀਜਨ ਵੱਲ ਧਿਆਨ ਨਹੀਂ ਦਿੱਤਾ ਗਿਆ, ਅਗਰ ਮੈਡੀਸਨ ਵੱਲ ਧਿਆਨ ਨਹੀਂ ਦਿੱਤਾ ਗਿਆ, ਇਹਨਾਂ ਨੇ ਵੈਕਸੀਨ ਬਣਾਈ, ਉਹ ਵੈਕਸੀਨ ਪਹਿਲਾਂ ਬਾਹਰ ਭੇਜੀ ਆਪਦੇ ਲੋਕਾਂ ਤੋਂ। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਇੱਕ ਵਪਾਰ ਕਰਨ ਦਾ ਸਾਧਨ ਬਣ ਗਿਆ, ਨਾ ਕਿ ਇਹ ਕੋਈ ਬਹੁਤ ਹੀ ਵੱਡੀ ਬਿਮਾਰੀ। ਅਗਰ ਵੱਡੀ ਬਿਮਾਰੀ ਹੁੰਦੀ, ਐਡੀ ਖਤਰਨਾਕ ਬਿਮਾਰੀ ਹੁੰਦੀ, ਤਾਂ ਵੈਕਸੀਨ ਆਪਣੇ ਦੇਸ਼ ਦੇ ਵਿੱਚ ਪਹਿਲਾਂ ਲੋਕਾਂ ਨੂੰ ਪੂਰੀ ਕਰਨ ਦੀ ਲੋੜ ਸੀਗੀ, ਬਾਹਰ ਵੇਚਣ ਦੀ ਲੋੜ ਨਹੀਂ ਸੀ, ਅਗਰ ਇਹਨੂੰ ਇਹ ਸੀਰੀਅਸਲੀ ਲੈਂਦੇ ਤਾਂ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਖੱਟਰ ਸਾਹਿਬ ਕਹਿੰਦੇ ਨੇ ਕਿ ਕਿਸਾਨਾਂ ਨੇ ਕਰੋਨਾ ਫੈਲਾਤਾ, ਅਸੀਂ ਮੁੱਢ ਤੋਂ ਕਹਿੰਦੇ ਆ ਰਹੇ ਹਾਂ ਕਿ ਸਾਡੀ 400 ਡੈਥ ਹੋਈ ਹੈ, 400 ਦੇ ਵਿੱਚੋਂ ਸਾਰੀਆਂ ਦੀਆਂ ਪੋਸਟਮਾਰਟਮ ਹੋਈਆਂ, ਕਿਸੇ ਨੂੰ ਵੀ ਕਰੋਨਾ ਮਤਲਬ ਪੋਜ਼ਿਟਿਵ ਅੱਜ ਤੱਕ ਡੈਥ ਦੇ ਵਿੱਚ ਨਹੀਂ ਆਇਆ। ਅਗਲੀ ਗੱਲ ਜਿਹੜੀ ਤੁਸੀਂ ਉਹਨੇ ਗੱਲ ਕਰਕੇ ਹਟੇ ਹੋ, ਕੱਲ ਮੀਟਿੰਗ 'ਚ ਵੀ ਆਈ ਗੱਲ ਇਹ। ਕੱਲ ਸਾਡੀ ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਇਸ ਪਿੰਡ ਦੇ ਲੋਕ ਗਏ ਨੇ, ਜਿਹੜਾ ਪਿੰਡ ਦਾ ਤੁਸੀਂ ਟਟੋਲੀ ਗਾਉਂ ਦੱਸਿਆ, ਜਿਹੜਾ ਹਾਂ ਟਟੋਲੀ ਪਿੰਡ ਦੇ 8-10 ਕਿਸਾਨ ਉੱਥੇ ਗਏ ਔਰ ਉਹਨਾਂ ਨੇ ਬੜੀ ਹੈਰਾਨੀਜਨਕ ਗੱਲ ਸਾਹਮਣੇ ਰੱਖੀ, ਜਿਹੜੀ ਗੱਲ ਦਾ ਸਾਨੂੰ ਭੁਲੇਖਾ ਲੱਗਦਾ ਸੀਗਾ, ਪ੍ਰਚਾਰ ਤੇ ਕਈ ਦਿਨਾਂ ਦਾ ਹੁੰਦਾ ਆ ਰਿਹਾ ਸੀ ਕਿ G5 ਆ ਜਿਹੜਾ ਇਹਦੇ ਕਰਕੇ ਹੈ, ਪਰ ਉਹਨਾਂ ਨੇ ਤਾਂ ਕਮਾਲ ਕਰਤੀ, ਉਹਨਾਂ ਨੇ ਤਾਂ ਸਿੱਧ ਕਰਤਾ। ਉਹ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਡੇਲੀ ਕਦੇ 2 ਮੌਤਾਂ, ਕਦੇ 3 ਮੌਤਾਂ, ਕਦੇ 4 ਮੌਤਾਂ ਤੱਕ ਵੀ ਗੱਲ ਪਈ ਹੈ। 70 ਦੇ ਕਰੀਬ ਮੌਤਾਂ ਹੋਈਆਂ ਦੱਸੀਆਂ ਉਹਨਾਂ ਨੇ। ਹੁਣ ਜਿੱਥੇ 70 ਮੌਤਾਂ ਹੋ ਗਈਆਂ ਔਰ ਜਿਸ ਵੇਲੇ ਲੋਕਾਂ ਨੇ ਰੌਲਾ ਪਾਇਆ ਹੈ ਔਰ ਦਬਾਅ ਪਾ ਕੇ ਉਹ G5 ਨੂੰ ਬੰਦ ਕਰਵਾਇਆ ਹੈ, ਤਾਂ ਉਸ ਤੋਂ ਬਾਅਦ ਉਹ ਕਹਿੰਦੇ ਆ ਉਹ ਕੱਲ ਮੰਨ ਕੇ ਗਏ ਨੇ, ਮੇਰਾ ਖਿਆਲ ਹੈ ਪ੍ਰੈਸ ਦੇ ਸਾਹਮਣੇ ਵੀ ਹੋਏ ਹੋਣਗੇ ਉਹ, ਔਰ ਉਹ ਮੰਨ ਕੇ ਗਏ, ਉਹ ਕਹਿ ਕੇ ਗਏ ਲੜ ਕਰਕੇ ਕਿ ਉਸ ਤੋਂ ਬਾਅਦ ਉਹ ਮੌਤਾਂ ਹੋਣੀਆਂ ਬੰਦ ਹੋ ਗਈਆਂ ਸਾਡੇ, ਉਸ ਤੋਂ ਬਾਅਦ ਕੋਈ ਨਹੀਂ ਮਰਿਆ। ਇਹਦਾ ਮਤਲਬ ਕੀ ਕੱਢਾਂਗੇ ਅਸੀਂ ਕਿ ਉੱਥੇ ਕਰੋਨਾ ਹੈ ਜਾਂ G5 ਹੈ। ਸਰਕਾਰ ਨੂੰ ਇੱਕ ਕਰੋਨਾ ਦੇ ਨਾਂ ਦੇ ਉੱਤੇ ਲੋਕਾਂ ਦੀ ਮੌਤ ਕਰਕੇ, ਮੈਂ ਫਿਰ ਇਹ ਬੇਨਤੀ ਕਰਾਂ ਕਿ ਸਿਰਫ ਅੰਦੋਲਨ ਨੂੰ, ਅੰਦੋਲਨਕਾਰੀਆਂ ਨੂੰ ਬਦਨਾਮ ਕਰਨ ਵਾਸਤੇ ਅਜਿਹੇ ਭੇਦ ਗੁੱਝੇ ਰੱਖੇ ਜਾ ਰਹੇ ਆ, ਜਿਹੜੇ 5G ਵਰਗਿਆਂ ਦੇ ਜਾਂ ਹੋਰ ਬਿਮਾਰੀਆਂ ਦੇ, ਉਹ ਤਾਂ ਗੁੱਝੇ ਰੱਖੇ ਗਏ ਨੇ। ਲੇਕਿਨ ਕਰੋਨਾ ਦਾ ਨਾਂ ਦੇ ਕੇ ਹਰ ਇੱਕ ਗੱਲ ਨੂੰ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ, ਅੰਦੋਲਨ ਨੂੰ ਉਠਾਉਣ ਵਾਸਤੇ ਇੱਕ ਕੋਸ਼ਿਸ਼ ਕੀਤੀ, ਜਦੋਂ ਕਿ G5 ਦੀ ਜਿਹੜੀ ਪ੍ਰੋਬਲਮ ਹੈ ਇਹ ਲਗਾਤਾਰ ਸਾਡੇ ਮਾਹਰ ਵੀ ਪਹਿਲਾਂ ਰੌਲਾ ਪਾਉਂਦੇ ਰਹੇ, ਪ੍ਰੈਸ ਨੇ ਬਹੁਤ ਰੌਲਾ ਪਾਇਆ, ਅੱਜ ਸਾਡੀਆਂ ਸਾਹਮਣੇ ਮਤਲਬ ਸਾਡੇ ਉਹ ਪਿੰਡ ਦੇ ਲੋਕਾਂ ਨੇ ਆ ਕੇ ਲੋਕਾਂ ਦੇ ਸਾਹਮਣੇ ਗੱਲ ਰੱਖੀ ਹੈ ਔਰ ਕਲੀਅਰ ਹੋ ਗਿਆ ਹੈ। ਤੇ ਇੱਕ ਲਾਸਟ ਗੱਲ, ਬੰਗਾਲ ਦੇ ਵਿੱਚ ਵਿਰੋਧ ਕੀਤਾ ਲੋਕਾਂ ਨੇ, ਅਪੀਲ ਕੀਤੀ ਲੋਕਾਂ ਨੇ, ਨਹੀਂ ਵੋਟਾਂ ਪਾਈਆਂ। ਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਯੂਪੀ ਜਾਂ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਹੀ ਜਿਹੜਾ ਹੈਗਾ ਕਿਸਾਨ ਅੰਦੋਲਨ ਦੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਅਪੀਲ ਕਰੂਗਾ ਕਿ ਜਿਹੜਾ ਹੈਗਾ ਬੀਜੇਪੀ ਨੂੰ ਜਿਹੜਾ ਨਾ ਪਾਈ ਜਾਵੇ, ਜਾਂ ਪੰਜਾਬ ਦੇ ਵਿੱਚ ਬੀਜੇਪੀ ਦੇ ਨਾਲ ਜਿਹੜੀਆਂ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਕਿਹਾ ਕਿ ਸਾਡਾ ਕਰਜ਼ਾ ਮਾਫ ਕਰਾਂਗੇ, ਜਾਂ ਕਰਜ਼ਾ ਜਿਨ੍ਹਾਂ ਨੇ ਕਰਕੇ ਸਟੇਟ ਦੇ ਉੱਤੇ ਇੰਨਾ ਚੜ੍ਹ ਗਿਆ, ਕਿ ਉਹਨਾਂ ਦਾ ਵੀ ਨਾਲ ਵਿਰੋਧ ਕੀਤਾ ਜਾਊਗਾ ਜਾਂ ਇਕੱਲੀ ਬੀਜੇਪੀ ਦਾ ਕੀਤਾ ਜਾਊਗਾ ਪੰਜਾਬ ਦੇ ਵਿੱਚ, ਤਾਂ ਯੂਪੀ ਦੇ ਵਿੱਚ ਕੀ ਹੋਊਗਾ? ਦੇਖੋ ਮੈਂ ਦੱਸਦਾ, ਜਿਹੜਾ ਪੰਜਾਬ ਦੀ ਪੋਜੀਸ਼ਨ ਹੈ, ਪੰਜਾਬ ਦੇ ਪ੍ਰਤੀ ਤਾਂ ਪੰਜਾਬ ਦੀਆਂ ਜਥੇਬੰਦੀਆਂ ਬੈਠ ਕੇ ਹੋਰ ਫੈਸਲੇ ਲੈਣਗੀਆਂ ਹਜੇ ਟਾਈਮ ਤੇ ਆ ਕੇ। ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਇੰਨੀ ਹੁਣ ਹਿੰਮਤ ਹੀ ਨਹੀਂ ਕਿ ਕੋਈ ਕਾਗਜ਼ ਭਰ ਸਕੇ। ਅਗਰ ਕੋਈ ਚੁੱਪ ਚਪੀਤਾ ਗੁਪਤ ਕਾਗਜ਼ ਭਰ ਵੀ ਜਾਊਗਾ, ਫਿਰ ਇਸ ਤੋਂ ਅੱਗੇ ਇੰਨੀ ਹਿੰਮਤ ਨਹੀਂ ਕਿ ਪੰਜਾਬ ਦੇ ਵਿੱਚ ਬਾਹਰ ਨਿਕਲ ਕੇ ਉਹ ਕੋਈ ਪ੍ਰਚਾਰ ਕਰ ਲੇ। ਇਹ ਪੰਜਾਬ ਦੇ ਵਿੱਚ ਤਾਂ ਇਹਨਾਂ ਦਾ ਸਫਾਇਆ ਆਪਣੇ ਆਪ ਹੈ, ਇਹ ਕਲੀਅਰ ਹੈ। ਰਹੀ ਗੱਲ ਯੂਪੀ ਦੀ, ਅੰਦੋਲਨ ਬਹੁਤ ਵਧੀਆ ਤਰੀਕੇ ਦੇ ਨਾਲ ਫੈਲ ਰਿਹਾ ਪੂਰੇ ਦੇਸ਼ ਦੇ ਵਿੱਚ। ਯੂਪੀ ਦੇ ਵਿੱਚ ਜਿਸ ਤਰ੍ਹਾਂ ਦੀ ਹਾਰ ਹੋਈ ਹੈ ਬੀਜੇਪੀ ਦੀ ਪੰਚਾਇਤੀ ਚੋਣਾਂ 'ਚ, ਦੇਖੋ ਮੇਰਾ ਤਾਂ ਜਿੰਨਾ ਕੁ ਤਜਰਬਾ ਹੋਇਆ ਮੈਂ ਤਾਂ ਇਹ ਵੇਖਿਆ ਹੈ ਕਿ ਸੱਤਾਧਾਰੀ ਜਿਹੜੀ ਪਾਰਟੀ ਹੁੰਦੀ ਹੈ ਉਹ ਹਮੇਸ਼ਾ ਪੰਚਾਇਤੀ ਇਲੈਕਸ਼ਨ ਜਿੱਤਦੀ ਹੁੰਦੀ ਹੈ, ਸੁਭਾਵਿਕ ਜੀ ਗੱਲ ਹੈ। ਕੋਈ ਬਾਈ ਇਲੈਕਸ਼ਨ ਆਉਂਦੀ ਹੈ, ਜਿਮਨੀ ਚੋਣਾਂ ਆ ਜਾਂਦੀਆਂ ਕਿਸੇ ਨਾ ਕਿਸੇ ਚੋਣ ਦੀਆਂ, ਉਹਨਾਂ ਨਾਲ ਵੀ ਇਵੇਂ ਹੁੰਦਾ ਸੱਤਾਧਾਰੀ ਪਾਰਟੀ ਜਿੱਤਦੀ ਹੁੰਦੀ ਹੈ। ਇੱਥੇ ਯੂਪੀ ਦੇ ਵਿੱਚ ਸੱਤਾਧਾਰੀ ਧਿਰ ਨੂੰ ਬਹੁਤ ਵੱਡੀ ਹਾਰ ਹੋਣੀ, ਲਗਭਗ 3400-3500 ਕਿ 3600 ਦੇ ਕਰੀਬ ਸੀਟਾਂ ਸੀ ਕੁੱਲ, ਜਿਹਦੇ ਵਿੱਚੋਂ 550 ਜਾਂ 600 ਸੀਟ ਲੈ ਸਕੇ ਹੈ, ਬਾਕੀ ਸਾਰੀਆਂ ਵਿਰੋਧੀ ਧਿਰਾਂ ਲੈ ਗਈਆਂ, ਹੋਰ ਪਾਰਟੀਆਂ ਲੈ ਗਈਆਂ। ਇੱਕ ਬਹੁਤ ਵੱਡੀ ਹਾਰ ਹੈ। ਬਟ ਅਸੀਂ ਇੱਥੇ ਇਹਨੂੰ ਮਤਲਬ ਹਜੇ ਵੀ ਇਹ ਮੰਨਾਂਗੇ ਕਿ ਇਹਨੂੰ ਹਜੇ ਜਿਹੜੀ ਅਗਲੀ ਲੜਾਈ ਹੈ ਉਹ ਸਾਡੀ ਜਾਰੀ ਹੈ। ਅਗਰ ਸਰਕਾਰ ਇਸੇ ਤਰ੍ਹਾਂ ਰਹੀ ਜਿਸ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਨੇ ਹੋਰਨਾਂ 5 ਸਟੇਟਾਂ ਦੇ ਵਿੱਚ ਬੁਰੀ ਤਰ੍ਹਾਂ ਇਹਨਾਂ ਦੀ ਗੋਡੀ ਲਵਾਈ ਹੈ ਬੀਜੇਪੀ ਦੀ ਔਰ ਹਰਾਏ ਹੈ, ਯੂਪੀ ਸਾਡਾ ਟਾਰਗੇਟ ਹੈ। 100% ਯੂਪੀ ਤੇ ਉੱਤਰਾਖੰਡ ਦੇ ਵਿੱਚ ਅਸੀਂ ਪੂਰੀ ਵਾਹ ਲਾਵਾਂਗੇ, ਕਿਉਂਕਿ ਸਾਡਾ
ਸਾਡਾ ਨਿਸ਼ਾਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਨਿਸ਼ਾਨਾ ਬਣਾਉਣਾ ਸਾਡਾ ਕੋਈ ਨਿਸ਼ਾਨਾ ਨਹੀਂ ਸੀ। ਸਾਡਾ ਨਿਸ਼ਾਨਾ ਕੀ ਸੀਗਾ? ਅੰਦੋਲਨ ਲੜ ਕੇ ਆਪਦੀਆਂ ਮੰਗਾਂ ਬਣਾਉਣਾ। ਪਰ ਪੀਯੂਸ਼ ਗੋਇਲ ਪਤਾ ਕੀ ਕਿਹਾ ਜੀ ਉਹਨੇ ਮੀਟਿੰਗ ਦੇ ਵਿੱਚ ਸਾਨੂੰ ਵੰਗਾਰਿਆ ਹੈ। ਉਹਨੇ ਇਹ ਕਿਹਾ ਕਿ ਅਗਰ ਤੁਹਾਡੇ ਅੰਦੋਲਨ ਦਾ ਲੋਕਾਂ 'ਚ ਅਸਰ ਹੁੰਦਾ ਤਾਂ ਅਸੀਂ ਬਿਹਾਰ ਦੀ ਇਲੈਕਸ਼ਨ ਨਾ ਜਿੱਤਦੇ, ਇਹ ਕਿਹਾ ਸਾਨੂੰ। ਔਰ ਅਸੀਂ ਉਸ ਦਿਨ ਹੀ ਇਹ ਕਹਿ ਕੇ ਆਏ ਸੀਗੇ ਉੱਥੇ ਸਰਕਾਰ ਦੇ ਟੇਬਲ ਤੇ ਬੈਠ ਕੇ ਹੀ, ਔਰ ਪੂਰਾ ਠੋਕ ਕੇ ਇੱਕ ਥਾਪੜ ਕੇ ਕਹਿ ਕੇ ਆਏ ਸੀ ਵੀ ਜੇ ਇਹ ਹੈ ਸਾਡਾ ਮਤਲਬ ਪੋਲੀਟੀਕਲ ਹੋਣਾ ਸਾਡਾ ਕੋਈ ਮੋਟਿਵ ਨਹੀਂ ਸੀ, ਲੇਕਿਨ ਤੁਸੀਂ ਅਗਰ ਸਮਝਦੇ ਹੋ ਕਿ ਇਹ ਤੁਸੀਂ ਇਹੀ ਭਾਸ਼ਾ ਸਮਝਦੇ ਹੋ ਨਾ, ਫਿਰ ਇਹ ਭਾਸ਼ਾ ਸਮਝਾਵਾਂਗੇ। ਔਰ ਅਸੀਂ ਬੰਗਾਲ ਦੇ ਵਿੱਚ ਗਏ ਜਿੱਥੇ ਇੱਕ ਲੈਂਗੁਏਜ ਪ੍ਰੋਬਲਮ ਵੀ ਸੀ ਔਰ ਬਹੁਤ ਦੂਰ ਪੈਂਦਾ ਸੀ। ਇੱਥੇ ਸਾਡਾ ਗੁਆਂਢ ਹੈ, ਇੱਥੇ ਕੋਈ ਲੈਂਗੁਏਜ ਪ੍ਰੋਬਲਮ ਨਹੀਂ। ਇੱਥੇ ਵੱਡਾ ਹਿੱਸਾ ਸਾਡਾ ਬੈਠਾ ਹੈ, ਖਾਸ ਕਰਕੇ ਸਾਡਾ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਵੱਡੀ ਗਿਣਤੀ ਬੈਠਾ ਹੈ। ਇੱਥੇ ਸਾਨੂੰ ਹਰਾਉਣਾ ਕੋਈ ਔਖਾ ਨਹੀਂ ਔਰ ਇੱਥੇ ਵੀ ਇਹਨਾਂ ਨੂੰ ਇਹ ਸਬਕ ਅਸੀਂ ਸਿਖਾਵਾਂਗੇ, ਪਿੱਛੇ ਨਹੀਂ ਹਟਾਂਗੇ ਅਸੀਂ। ਧੰਨਵਾਦ। ਸੋ ਇਹ ਸਨ ਜਗਜੀਤ ਸਿੰਘ ਜੀ ਡੱਲੇਵਾਲ, ਜਿਨ੍ਹਾਂ ਨੇ ਕਿਹਾ ਕਿ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਯੂਪੀ ਵੱਲ ਵੀ ਜਿਹੜਾ ਕਿਸਾਨ ਮੋਰਚਾ ਅੱਗੇ ਵੱਧ ਸਕਦਾ ਜੇਕਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ। ਉਸ ਤੋਂ ਬਿਨਾਂ ਜਿਹੜਾ ਕਰੋਨਾ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਹੈਗਾ ਸਾਰਾ ਚਾਨਣਾ ਪਾਇਆ। ਸੋ ਕਿਸਾਨ ਅੰਦੋਲਨ ਜਿਹੜਾ ਹੈਗਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਲਗਾਤਾਰ ਜਿਹੜਾ ਹੈਗਾ 26 ਤਰੀਕ ਨੂੰ ਪ੍ਰੋਗਰਾਮ ਦਿੱਤਾ ਗਿਆ ਕਿ ਤੁਸੀਂ ਵੀ ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਆਪਦੇ ਵਹੀਕਲਾਂ ਤੇ ਆਪਦੇ ਘਰਾਂ 'ਚ ਆਪਦੇ ਸ਼ਹਿਰਾਂ 'ਚ ਦੇਸ਼ ਵਿਦੇਸ਼ ਜਿੱਥੇ ਵੀ ਰਹਿਣਾ ਕਾਲੇ ਝੰਡੇ ਲਾ ਕੇ ਜਿਹੜਾ ਹੈਗਾ ਕਿਸਾਨ ਅੰਦੋਲਨ ਦਾ ਸਮਰਥਨ ਕਰੋ ਤੇ ਮੋਦੀ ਸਰਕਾਰ ਦਾ ਜਿਹੜਾ ਵਿਰੋਧ ਕਰੋ। ਬਣੇ ਰਹੋ ਗੁਰਪ੍ਰੀਤ ਕੋਟਲੀ YouTube ਚੈਨਲ ਨਾਲ, ਗੁਰਪ੍ਰੀਤ ਕੋਟਲੀ Facebook ਪੇਜ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।